ਗੁੱਡ ਮੋਰਨਿੰਗ ਸਟੂਡੈਂਟ। ਬੇਟਾ ਅੱਜ ਅਸੀਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ 8 ਜਿਸ ਦਾ ਨਾਮ ਹੈ ਗੱਗੂ। ਬੇਟਾ ਇਹ ਜਿਹੜਾ ਗੱਗੂ ਨਾਮ ਹੈ ਇਹ ਕਿਸੇ ਇਨਸਾਨ ਦਾ ਨਾਮ ਨਹੀਂ, ਇਹ ਹੈ ਇੱਕ ਜਾਨਵਰ ਦਾ ਨਾਮ, ਮਤਲਬ ਕਿ ਮੱਝ ਹੈ ਜਿਹੜੀ ਉਹਦੇ ਬੱਚੇ ਦਾ ਨਾਮ। ਠੀਕ ਹੈ, ਗੱਗੂ। ਬੇਟਾ ਇਹ ਪੂਰੀ ਸਟੋਰੀ ਇਸ ਗੱਗੂ ਦੇ ਉੱਪਰ ਹੈ। ਠੀਕ ਹੈ, ਕਿ ਸਾਨੂੰ ਜਾਨਵਰਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਠੀਕ ਹੈ, ਉਹਨਾਂ ਨੂੰ ਜਾਨਵਰਾਂ ਨੂੰ ਕਿਸ ਤਰ੍ਹਾਂ ਪਾਲਣਾ ਚਾਹੀਦਾ ਹੈ। ਉਹਨਾਂ ਨੂੰ ਬੇਟਾ ਜਿਸ ਤਰ੍ਹਾਂ ਸਾਨੂੰ ਇਨਸਾਨਾਂ ਦੇ ਨਾਲ ਪਿਆਰ ਹੁੰਦਾ ਅਤੇ ਸਾਨੂੰ ਜਿਹੜਾ ਹੈ ਕਿ ਜਾਨਵਰਾਂ ਦੇ ਨਾਲ ਵੀ ਸਾਨੂੰ ਮੋਹ ਪ੍ਰੇਮ ਹੋ ਜਾਂਦਾ, ਕਿਉਂਕਿ ਕਈ ਵਾਰ ਅਸੀਂ ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਹੁੰਦੇ ਆ ਨਾ ਜਾਨਵਰ, ਤਾਂ ਸਾਨੂੰ ਉਹਨਾਂ ਨਾਲ ਵੀ ਤਾਂ ਪਿਆਰ ਹੁੰਦਾ ਹੈ ਨਾ, ਕਿ ਇਹ ਸਾਡਾ ਹੈ ਨਾ, ਕਿ ਅਸੀਂ ਉਹਨਾਂ ਨੂੰ ਕਿੱਦਾਂ ਨਲਾਉਂਦੇ ਹੈ ਨਾ, ਉਹਨਾਂ ਨੂੰ ਖਾਣੇ ਵਾਸਤੇ ਤੇ ਰੋਟੀ ਵਗੈਰਾ ਘਾਹ ਵਗੈਰਾ ਹੈ ਨਾ ਜਿੱਦਾਂ ਦਿੰਦੇ ਹੈ ਨਾ। ਇਸੇ ਤਰ੍ਹਾਂ ਹੀ ਇਸ ਚੈਪਟਰ ਦੇ ਵਿੱਚ ਦੱਸਿਆ ਗਿਆ ਹੈ। ਇਸ ਵਿੱਚ ਇੱਕ ਬੱਚਾ ਹੈ। ਠੀਕ ਹੈ, ਜਿਹੜਾ ਗੱਗੂ ਹੈ ਉਹਦੇ ਨਾਲ ਪਿਆਰ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਦਾ ਧਿਆਨ ਰੱਖਦਾ। ਠੀਕ ਹੈ, ਚਲੋ ਬੇਟਾ ਸਟਾਰਟ ਕਰਦੇ। ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ ਕੰਧੋਲੀ 'ਤੇ ਰੱਖ ਕੇ ਚਾਹ ਪੀਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ। ਮਾਂ ਨੇ ਝਟਪਟ ਪਿੱਤਲ ਦੇ ਗਲਾਸ ਵਿੱਚ ਚਾਹ ਪਾ ਕੇ ਫੜਾਉਂਦਿਆਂ ਕਿਹਾ, ਭਲਕੇ ਤਾਂ ਮੈਂ ਆਪਣੇ ਪੁੱਤਰ ਨੂੰ ਬੋਹਲੀ ਖਾਣ ਨੂੰ ਦੇਵਾਂਗੀ। ਬੋਹਲੀ, ਮੈਂ ਹੈਰਾਨੀ ਨਾਲ ਪੁੱਛਿਆ। ਹਾਂ ਬੋਹਲੀ, ਅੱਜ ਦੁਪਹਿਰੇ ਆਪਣੀ ਮੀਣੀ ਮੱਝ ਸੂ ਪਈ ਹੈ। ਬਹੁਤ ਸੋਹਣਾ 5 ਕਲਿਆਣੀ ਕੱਟਾ ਦਿੱਤਾ ਹੈ। ਇਹ ਸੁਣ ਕੇ ਮੈਂ ਅੱਧੀ ਚਾਹ ਗਲਾਸ ਵਿੱਚ ਹੀ ਛੱਡ ਕੇ ਮੀਣੀ ਮੱਝ ਦੀ ਖੁਰਲੀ ਵੱਲ ਨੂੰ ਭੱਜ ਗਿਆ। ਖੁਰਲੀ ਦੇ ਮੁੰਡ 'ਚੋਂ ਮੱਝ ਮੂਹਰੇ ਬਹੁਤ ਸੋਹਣਾ ਕਾਲਾ ਕੱਟਾ ਪਿਆ ਸੀ, ਪਿਆਰਾ ਪਿਆਰਾ ਤੇ ਭੋਲੂ ਜਿਹਾ। ਉਸਦਾ ਬੱਲਾ ਮੱਥਾ ਚਿੱਟੇ ਫੁੱਲ ਵਾਲਾ ਮੈਨੂੰ ਗੋਰਾ ਗੋਰਾ ਲੱਗਿਆ। ਚਾਰੇ ਖੁਰ ਹੇਠੋਂ ਇੱਕ ਇੱਕ ਗਿੱਠ ਚਿੱਟੇ, ਜਿਵੇਂ ਨੋਹਾਂ 'ਚ ਮਿਣ ਕੇ ਚਿੱਟਾ ਰੰਗ ਕੀਤਾ ਹੋਵੇ। ਪੂਛ ਦਾ ਪਿਛਲਾ ਹਿੱਸਾ ਵੀ ਥੋੜ੍ਹਾ ਜਿਹਾ ਬੱਗਾ ਸੀ। ਮੱਝ ਕੱਟੇ ਨੂੰ ਪਿਆਰ ਨਾਲ ਚੱਟ ਕੇ ਮਮਤਾ ਵੀ ਵਿਖਾ ਰਹੀ ਸੀ ਤੇ ਉਸ ਦੇ ਮਿੱਟੀ ਨਾਲ ਲਿਬੜੇ ਪਿੰਡੇ ਨੂੰ ਜੀਭ ਨਾਲ ਸਾਫ਼ ਕਰ ਰਹੀ ਸੀ। ਉਹ ਕਦੇ ਕੱਟੇ ਦੀਆਂ ਅੱਖਾਂ ਚੱਟਦੀ, ਕਦੇ ਮੱਥਾ ਚੱਟਦੀ, ਕਦੇ ਕੰਨ ਚੱਟਦੀ, ਕਦੇ ਪੁੱਛ ਪੁੱਛ ਕਰਕੇ ਉਸ ਦੇ ਸਾਰੇ ਪਿੰਡੇ 'ਤੇ ਹੀ ਜੀਭ ਫੇਰ ਦਿੰਦੀ। ਪਹਿਲੀ ਨਜ਼ਰੇ ਹੀ ਮੈਨੂੰ ਕੱਟੇ ਨਾਲ ਪਿਆਰ ਜਿਹਾ ਹੋ ਗਿਆ। ਐਨੇ ਨੂੰ ਮਾਂ ਆ ਗਈ। ਮੈਨੂੰ ਡੰਡਾ ਫੜਾ ਕੇ ਮੱਝ ਦੇ ਨੇੜੇ ਬਿਠਾ ਕੇ ਹਦਾਇਤ ਕੀਤੀ, ਇੱਥੇ ਬੈਠ ਕੇ ਧਿਆਨ ਰੱਖੀ, ਕਾਂ ਕੁੱਤੇ ਕੱਟੇ ਦੇ ਖੁਰਾਂ ਨੂੰ ਮੂੰਹ ਨਾ ਮਾਰ ਜਾਵੇ। ਕਟੜੂਆਂ ਦੇ ਖੁਰ ਕੂਲੇ ਤੇ ਕੱਚੇ ਹੁੰਦੇ ਹਨ। ਜਾਨਵਰਾਂ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਪੈਂਦਾ ਹੈ। ਕਿੱਕਰ 'ਤੇ ਬੈਠੇ ਕਾਂ ਨੇ 2-3 ਵਾਰ ਮੈਨੂੰ ਝਕਾਨੀ ਦੇ ਕੇ ਠੁੰਗਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਰ ਵਾਰ ਉਸ ਨੂੰ ਡੰਡਾ ਹਿਲਾ ਕੇ ਉਡਾ ਦਿੰਦਾ। ਨਿੱਕਾ ਜਿਹਾ ਕੱਟਾ ਉੱਠ ਕੇ ਤੁਰਨ ਦੀ ਕੋਸ਼ਿਸ਼ ਕਰਦਾ, ਪਰ ਹਰ ਵਾਰ ਧੜਮ ਕਰਕੇ ਉੱਥੇ ਹੀ ਡਿੱਗ ਪੈਂਦਾ। ਮੱਝ ਭੱਜ ਕੇ ਉੱਧਰ ਜਾਂਦੀ, ਉਸ ਨੂੰ ਸਗੋਂ ਹੋਰ ਜ਼ੋਰ ਨਾਲ ਚੱਟਣ ਲੱਗ ਜਾਂਦੀ। ਮਾਂ, ਆਪਾਂ ਕੱਟੇ ਨੂੰ ਸੋਹਣਾ ਜਿਹਾ ਨਾ ਰੱਖੀਏ। ਕਹਿੰਦਾ, ਮਾਂ ਆਪਾਂ ਕੱਟੇ ਤਾਂ ਸੋਹਣਾ ਜਿਹਾ ਨਾ ਰੱਖੀਏ, ਮੈਨੂੰ ਇਹ ਭੋਲੂ ਜਿਹਾ ਬਹੁਤ ਚੰਗਾ ਲੱਗਦਾ ਹੈ। ਆਪਾਂ ਇਸ ਨੂੰ ਗੱਗੂ ਕਿਹਾ ਕਰਾਂਗੇ। ਤੈਨੂੰ ਤਾਂ ਹਰ ਵੇਲੇ ਕਾਮਾ ਕੁੱਤਿਆਂ ਦੇ ਨਾਂ ਸੁੱਝਦੇ ਰਹਿੰਦੇ ਆ, ਮਾਂ ਨੇ ਕਿਹਾ। ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿਵੇਂ ਘਰ ਵਿੱਚ ਸਾਰੇ ਹੀ ਉਸ ਨੂੰ ਗੱਗੂ ਕਹਿਣ ਲੱਗ ਪਏ। ਆਥਣ ਸਵੇਰੇ ਜਦੋਂ ਧਾਰ ਕੱਢਣ ਦੀ ਗੱਲ ਕੀਤੀ ਤਾਂ ਮਾਂ ਕਹਿੰਦੀ, ਗੱਗੂ ਦੀ ਮਾਂ ਦੀ ਧਾਰ ਕੱਢ ਲਈ ਆ ਕਿ ਨਹੀਂ। ਜਿਵੇਂ ਘਰਾਂ ਵਿੱਚ ਆਮ ਹੁੰਦਾ ਹੈ, ਛੋਟੇ ਹੁੰਦਿਆਂ ਨੂੰ ਵੱਧ ਪਿਆਰ ਮਿਲਦਾ ਹੈ ਤੇ ਫਿਰ ਇਹ ਹੌਲੀ ਹੌਲੀ ਘਟਦਾ ਜਾਂਦਾ। ਗੱਗੂ ਨਾਲ ਵੀ ਇਸੇ ਤਰ੍ਹਾਂ ਹੋਇਆ। ਜਿਵੇਂ ਜਿਵੇਂ ਗੱਗੂ ਵੱਡਾ ਹੋ ਰਿਹਾ ਸੀ, ਘਰਦਿਆਂ ਦੀ ਉਸ ਦੀ ਸਾਂਝ ਘਟਦੀ ਗਈ। ਉਸ ਨਾਲ ਮੇਰੀ ਸਾਂਝ ਦਿਨੋਂ ਦਿਨ ਹੀ ਵੱਧਦੀ ਗਈ। ਹੁਣ ਗੱਗੂ ਮੇਰੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ ਸੀ। ਮੈਂ ਜਦੋਂ ਵੀ ਉਸ ਦੇ ਸਿਰ 'ਤੇ ਹੱਥ ਫੇਰਦਾ, ਉਹ ਮੇਰੇ ਹੱਥ ਚੱਟਣ ਲੱਗ ਪੈਂਦਾ। ਮੈਂ ਜਦੋਂ ਵੀ ਉਸ ਦੇ ਨੇੜੇ ਦੀ ਲੰਘਦਾ, ਗੱਗੂ ਮੈਨੂੰ ਵੇਖਣਾ ਜ਼ਰੂਰ ਅੰਗੜਦਾ। ਦੇਖਿਆ ਬੇਟਾ ਕਿੰਨਾ ਪਿਆਰ ਕਰਦਾ ਹੈ ਨਾ, ਕਿ ਜਾਨਵਰ ਔਰ ਇੱਕ ਇਨਸਾਨ ਦਾ ਪਿਆਰ ਵੀ ਬਹੁਤ ਵੱਡਾ ਹੁੰਦਾ। ਠੀਕ ਹੈ, ਜਿਸ ਤਰ੍ਹਾਂ ਸਾਡਾ ਇਨਸਾਨਾਂ ਨਾਲ ਪਿਆਰ ਹੁੰਦਾ, ਆਪਣੇ ਮੰਮੀ ਪਾਪਾ ਨਾਲ ਪਿਆਰ ਹੁੰਦਾ, ਆਪਣੇ ਫਰੈਂਡ ਨਾਲ ਪਿਆਰ ਹੁੰਦਾ। ਠੀਕ ਹੈ, ਇਸ ਤਰ੍ਹਾਂ ਸਾਡਾ ਜਾਨਵਰਾਂ ਨਾਲ ਵੀ ਪਿਆਰ ਹੁੰਦਾ, ਮੋਹ ਪ੍ਰੇਮ, ਜਿਹਦਾ ਅਸੀਂ ਬੇਟਾ ਜਦ ਧਿਆਨ ਰੱਖਾਂਗੇ ਆਟੋਮੈਟਿਕਲੀ ਸਾਨੂੰ ਪਿਆਰ ਕਰਨਾ। ਫਿਰ ਇੱਕ ਦਿਨ ਗੱਗੂ ਦੇ ਪਿੰਡੇ 'ਤੇ ਹੱਥ ਫੇਰਨ ਸਮੇਂ ਮੈਨੂੰ ਜਾਪਿਆ ਕਿ ਉਹ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ ਹੈ। ਜਦੋਂ ਮਾਂ ਨਾਲ ਇਹ ਗੱਲ ਕੀਤੀ ਤਾਂ ਉਹਨੇ ਕਿਹਾ, ਗੱਗੂ ਹੁਣ ਥੋੜ੍ਹਾ ਵੱਡਾ ਹੋ ਗਿਆ ਹੈ। ਪਹਿਲਾਂ ਉਸ ਨੂੰ 2 ਥਣ ਚੁੰਘਾਉਂਦੇ ਸੀ, ਫਿਰ ਇੱਕ, ਹੁਣ ਬਸ
ਗੱਗੂ ਨੂੰ ਦਾ ਥਣਾ ਨੂੰ ਮੂੰਹ ਲਵਾ ਕੇ ਜਦੋਂ ਮੱਝ ਪਸਵ ਪਵੇ ਗੱਗੂ ਨੂੰ ਪਰੇ ਹਟਾ ਕੇ ਦੂਜੇ ਕਿੱਲੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਬੇਟਾ ਪਸਮ ਕਿਆ ਹੁੰਦੀ, ਮਤਲਬ ਕਿ ਦੁੱਧ, ਮਤਲਬ ਕਿ ਜਿਹੜਾ ਲਾ ਲੈਣਾ ਡੰਗਰ, ਜਦੋਂ ਦੁੱਧ ਜਿਹੜਾ ਕਿਆ ਹੈ ਆਪਣਾ ਮੱਝ ਜਿਹੜਾ ਦੁੱਧ ਥਣਾ ਵਿੱਚ ਪਾ ਲੈਂਦੀ। ਠੀਕ ਹੈ। ਨੈਕਸਟ ਹੈ, ਪਰ ਮਾਂ ਮੀਣੀ ਮੱਝ ਤਾਂ ਗੱਗੂ ਦੀ ਆਪਣੀ ਮਾਂ ਹੈ, ਆਪਾਂ ਗੱਗੂ ਨੂੰ ਉਸਦੀ ਮਾਂ ਦਾ ਹੀ ਦੁੱਧ ਕਿਉਂ ਨਹੀਂ ਪੀਣ ਦਿੰਦੇ? ਮੈਂ ਪੁੱਛਿਆ। ਮਾਂ ਕਈ ਵਾਰ ਨੇਰੇ ਸਵੇਰੇ ਧਾਰ ਕੱਢਣ ਤੋਂ ਪਹਿਲਾਂ ਗੱਗੂ ਨੂੰ ਕਿੱਲੇ ਤੋਂ ਖੋਲ੍ਹ ਦਿੰਦਾ। ਗੱਗੂ ਝੱਟ ਆਪਣੀ ਮਾਂ ਦਾ ਦੁੱਧ ਚੁੰਘ ਗਲਪ ਗਲਪ ਕਰਕੇ ਚੁੰਘ ਜਾਂਦਾ, ਪਰ ਘਰ 'ਚ ਕਦੇ ਵੀ ਮੇਰੀ ਇਸ ਸ਼ਰਾਰਤ ਦਾ ਪਤਾ ਨਾ ਲੱਗਾ। ਗੱਗੂ ਹੋਰ ਵੱਡਾ ਹੋ ਗਿਆ। ਮੈਂ ਜਦੋਂ ਹੱਥ 'ਚ ਫੜੀ ਰੋਟੀ ਦਿਖਾ ਕੇ ਗੱਗੂ ਕਹਿ ਕੇ ਆਵਾਜ਼ ਮਾਰਦਾ ਹਾਂ ਤਾਂ ਉਹ ਭੱਜ ਆਉਂਦਾ। ਮੇਰੇ ਹੱਥੋਂ ਰੋਟੀ ਖਾ ਕੇ ਮਗਰੋਂ ਮੇਰੇ ਹੱਥ ਚੱਟਣ ਲੱਗ ਪੈਂਦਾ। ਕਈ ਵਾਰੀ ਲਾਡ ਨਾਲ ਮੇਰੀਆਂ ਪੋਲੀਆਂ ਪੋਲੀਆਂ ਠੁੰਡਾਂ ਵੀ ਮਾਰਦਾ। ਮੈਂ ਜਦੋਂ ਵੀ ਗੁੜ ਦੀਆਂ ਰਿਓੜੀਆਂ ਗੱਗੂ ਦੇ ਮੂੰਹ 'ਚੋਂ ਪਾਉਂਦਾ ਤਾਂ ਉਹ ਗੁੜ ਖਾ ਕੇ ਮੇਰੀਆਂ ਉਂਗਲਾਂ ਚੱਟਣ ਲੱਗ ਪੈਂਦਾ। ਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੀ ਮਾਂ ਦਾ ਦੁੱਧ ਚੁੰਘ ਰਿਹਾ ਹੋਵੇ। ਕਈ ਵਾਰ ਸ਼ਰਾਰਤ ਨਾਲ ਹੱਥ 'ਚ ਰੋਟੀ ਫੜ ਕੇ ਮੈਂ ਗੱਗੂ ਕੋਲ ਹੱਥ ਉੱਚਾ ਕਰਕੇ ਖੜ ਜਾਂਦਾ। ਉਸ ਦਾ ਰੋਟੀ ਤੱਕ ਮੂੰਹ ਨਾ ਅੱਪੜਦਾ। ਉਹ ਧੌਣ ਉੱਚੀ ਕਰਕੇ ਰੋਟੀ ਖੋਹਣ ਦੀ ਕੋਸ਼ਿਸ਼ ਕਰਦਾ। ਜੇ ਫਿਰ ਵੀ ਮੂੰਹ ਨਾ ਅੱਪੜਦਾ ਤਾਂ ਮੈਨੂੰ ਪਿੰਡੋਂ ਲਾਉਣ ਦੀ ਕੋਸ਼ਿਸ਼ ਕਰਦਾ। ਰੋਟੀ ਖਵਾ ਕੇ ਮੈਂ ਇਸ਼ਾਰੇ ਨਾਲ ਕਹਿੰਦਾ, ਗੱਗੂ ਆਪਣੇ ਕਿੱਲੇ 'ਤੇ ਚਲਿਆ ਜਾ, ਤਾਂ ਗੱਗੂ ਇਸ਼ਾਰਾ ਸਮਝ ਕੇ ਝੱਟ ਵਾਪਸ ਮੁੜ ਆਉਂਦਾ। ਕਦੇ ਕਦੇ ਖਾਣ ਵਾਲੀ ਕੋਈ ਹੋਰ ਚੀਜ਼ ਗੱਗੂ ਨੂੰ ਦਿਖਾ ਕੇ ਉਸ ਦੇ ਅੱਗੇ ਅੱਗੇ ਭੱਜ ਜਾਂਦਾ। ਗੱਗੂ ਪਿੱਛੇ ਪਿੱਛੇ ਦੌੜਦਾ। ਅਸੀਂ ਘਰ ਵਿੱਚ ਕਈ ਗੇੜੇ ਕੱਢੇ। ਮਾਂ ਅੱਕ ਕੇ ਆਖਦੀ, ਬੁਲਾਓ ਕੱਟੇ ਤੋਂ ਸਾਰਾ ਵਿਹੜਾ ਪੁਟਾ ਦਿੱਤਾ। ਮੈਂ ਤਾਂ ਪਹਿਲਾਂ ਹੀ ਮਸਾਂ ਸੰਭਰਿਆ ਸੁਰਿਆ ਸੀ। ਮੈਂ ਸਕੂਲੋਂ ਆ ਕੇ ਕਦੇ ਕਦੇ ਮੱਝਾਂ ਚਰਨ ਜਾਂਦਾ। ਗੱਗੂ ਵੀ ਨਾਲ ਹੁੰਦਾ। ਬਾਕੀ ਪਸ਼ੂਆਂ ਨਾਲੋਂ ਅਤੇ ਕਰਕੇ ਗੱਗੂ ਨੂੰ ਉੱਧਰ ਚੜ੍ਹਨ ਲਈ ਛੱਡ ਦਿੰਦਾ ਜਿੱਧਰ ਵਧੀਆ ਲਾਵਾਂ ਹਰਾ ਘਾਹ ਹੁੰਦਾ। ਘਾਹ ਦੇ ਅੰਦਰ ਬਾਹਰ ਕੰਧਾਂ 'ਤੇ ਕੋਲੇ ਨਾਲ ਮੈਂ ਗੱਗੂ ਲਿਖ ਦਿੱਤਾ ਸੀ। ਮਾਂ ਨੇ ਕਈ ਵਾਰ ਟੋਕਿਆ, ਕਿਉਂ ਸਾਰੀਆਂ ਕੰਧਾਂ ਕਾਲੀਆਂ ਕਰਦਾ ਹੈ? ਮਾਸਟਰ ਜੀ ਨੇ ਇੱਕ ਵਾਰੀ ਮੇਰੀ ਕਾਪੀ 'ਤੇ ਗੱਗੂ ਲਿਖਿਆ ਪੜ੍ਹ ਕੇ ਪੁੱਛਿਆ ਸੀ, ਇਹ ਕਿਹਦਾ ਨਾਂ ਹੈ? ਮੈਂ ਕਿਹਾ, ਮਾਸਟਰ ਜੀ, ਮੇਰੇ ਆੜੀ ਦਾ ਨਾਂ ਹੈ। ਭਾਵੇਂ ਗੱਗੂ ਅੱਗੋਂ ਨਾਲੋਂ ਕਾਫੀ ਵੱਡਾ ਹੋ ਗਿਆ, ਪਰ ਉਸ ਦੀਆਂ ਮੇਰੇ ਨਾਲ ਕੀਤੀਆਂ ਜਾਣ ਵਾਲੀਆਂ ਸ਼ਰਾਰਤਾਂ ਅਤੇ ਪਿਆਰ ਵਿੱਚ ਕੋਈ ਕਮੀ ਨਹੀਂ ਆ ਰਹੀ ਸੀ। ਮੈਂ ਜਦੋਂ ਵੀ ਸਕੂਲ ਆਉਂਦਾ ਮੈਨੂੰ ਬੂਹੇ 'ਚੋਂ ਦੇਖ ਕੇ ਗੱਗੂ ਇੱਕ ਵਾਰ ਜ਼ਰੂਰ ਅੜਿੰਗਦਾ। ਮੈਨੂੰ ਵੀ ਪਤਾ ਲੱਗ ਜਾਂਦਾ ਕਿ ਗੱਗੂ ਨੂੰ ਮੇਰੇ ਆਏ ਦਾ ਪਤਾ ਲੱਗ ਗਿਆ ਹੈ। ਮੈਂ ਬਸਤਾ ਰੱਖ ਕੇ ਉਸ ਦੇ ਪਿੰਡੇ 'ਤੇ ਸਿਰ ਤੇ ਹੱਥ ਫੇਰਦਾ, ਨਿੱਕੇ ਨਿੱਕੇ ਸਿੰਗਾਂ ਨਾਲ ਪੋਲੀਆਂ ਪੋਲੀਆਂ ਖੁਰਕ ਕਰਦਾ। ਜਦੋਂ ਤੱਕ ਗੱਗੂ ਮੇਰੇ ਨਾਲ ਲਾਡੀਆਂ ਵਾਡੀਆਂ ਨਾ ਕਰ ਲੈਂਦਾ ਮੈਨੂੰ ਟੇਕ ਨਾ ਆਉਂਦੀ। ਵੱਡਾ ਹੋਣ ਕਰਕੇ ਗੱਗੂ ਹੁਣ ਦੁੱਧ ਚੁੰਘਣਾ ਛੱਡ ਚੁੱਕਿਆ ਸੀ। ਸ਼ਾਇਦ ਘਰਦਿਆਂ ਨੇ ਛੁਡਾ ਦਿੱਤਾ ਸੀ। ਹੁਣ ਤਾਂ ਉਹ ਆਪਣੇ ਹਿੱਸੇ ਆਉਂਦੇ ਪੱਠੇ ਹੀ ਖਾਂਦਾ। ਜਦੋਂ ਕਦੇ ਰਾਤ ਨੂੰ ਰੱਸਾ ਤੁੜਾ ਕੇ ਉਹ ਆਪਣੀ ਮਰਜ਼ੀ ਨਾਲ ਰੱਜ ਕੇ ਪੱਠੇ ਖਾ ਲੈਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਕਈ ਵਾਰੀ ਗੱਗੂ ਨਾਲ ਖੇਡਦਿਆਂ ਮੈਂ ਉਸ ਨੂੰ ਜੱਫੀ ਪਾ ਲੈਂਦਾ। ਮਾਂ ਝਿੜਕ ਕੇ ਆਖਦੀ, ਕਿਉਂ ਕੱਟੇ ਨੂੰ ਚੁੰਮੀ ਚੱਟੀ ਲਿਜਾਂਦੇ, ਮੂੰਹ 'ਚ ਗੰਦੇ ਵਾਲ ਪੈ ਜਾਣਗੇ। ਮੈਂ ਮਾਂ ਨੂੰ ਕਹਿੰਦਾ, ਗੱਗੂ ਵੀ ਤਾਂ ਮੈਨੂੰ ਪਿਆਰ ਕਰਦਾ ਹੈ। ਇੱਕ ਦਿਨ ਜਦੋਂ ਮੈਂ ਸਕੂਲੋਂ ਪਰਤਿਆ ਤਾਂ ਮੈਨੂੰ ਗੱਗੂ ਦਾ ਅੜਿੰਗਾ ਸੁਣਾਈ ਨਾ ਦਿੱਤਾ। ਮੈਂ ਸੋਚਿਆ ਸ਼ਾਇਦ ਗੱਗੂ ਇੱਧਰ ਉੱਧਰ ਹੋਵੇਗਾ। ਮੈਂ ਗੱਗੂ ਗੱਗੂ ਕਰਕੇ ਕਈ ਆਵਾਜ਼ਾਂ ਮਾਰੀਆਂ, ਪਰ ਗੱਗੂ ਦਾ ਕੋਈ ਉੱਤਰ ਨਾ ਦਿੱਤਾ। ਕਿੱਲੇ 'ਤੇ ਜਾ ਕੇ ਦੇਖਿਆ ਤਾਂ ਗੱਗੂ ਉੱਥੇ ਨਹੀਂ ਸੀ। ਮੈਨੂੰ ਅਚਵੀ ਜਿਹੀ ਲੱਗੀ ਗਈ। ਮਾਂ ਨੂੰ ਪੁੱਛਿਆ, ਗੱਗੂ ਕਿੱਥੇ ਆ ਮਾਂ? ਪਹਿਲਾਂ ਤਾਂ ਮਾਂ ਨੇ ਕਈ ਆਨੇ ਬਹਾਨੇ ਕੀਤੇ, ਫਿਰ ਮੇਰੀ ਜਿੱਦ ਕਰਨ 'ਤੇ ਦੱਸ ਦਿੱਤਾ ਕਿ ਤੇਰਾ ਗੱਗੂ ਤੇਰੇ ਬਾਪੂ ਨੇ ਵੇਚ ਦਿੱਤਾ ਹੈ। ਮੈਂ ਇਹ ਸੁਣ ਕੇ ਕੰਬ ਗਿਆ। ਰੋਂਦੇ ਰੋਂਦੇ ਨੇ ਮੈਂ ਭਰੇ ਪੀਤੇ ਮਨ ਨਾਲ ਪੁੱਛਿਆ, ਮੇਰੇ ਗੱਗੂ ਤੁਸੀਂ ਕਿਉਂ ਵੇਚਿਆ ਹੈ? ਆਪਾਂ ਨੂੰ ਪੈਸਿਆਂ ਦੀ ਲੋੜ ਸੀ, ਮਾਂ ਨੇ ਕਿਹਾ। ਇਸ ਘਟਨਾ ਤੋਂ 3 ਦਿਨ ਮਗਰੋਂ ਤੱਕ ਮੈਂ ਰੋਟੀ ਨਹੀਂ ਖਾਧੀ। ਮਾਂ ਨੇ ਮਿੰਨਤ ਤਰਲਾਂ ਨਾਲ ਪਿਆਰ ਨਾਲ ਮੈਨੂੰ ਰੋਟੀ ਖਵਾਈ। ਮਾਂ ਨੇ ਲਾਰਾ ਲਾਇਆ ਕਿ ਆਪਾਂ ਗੱਗੂ ਨੂੰ ਲੈ ਆਵਾਂਗੇ। ਮੈਂ ਬਾਪੂ ਨੂੰ ਕਿਹਾ, ਆਪਾਂ ਆਪਣੇ ਗੱਗੂ ਨੂੰ ਵਾਪਸ ਲੈ ਆਈਏ। ਵੇਚੀ ਚੀਜ਼ ਵਾਪਸ ਨਹੀਂ ਲਿਆਈ ਜਾਂਦੀ, ਬਾਪੂ ਨੇ ਇੱਕ ਟੁੱਕ ਉੱਤਰ ਦਿੱਤਾ। ਕਈ ਦਿਨਾਂ ਬਾਅਦ ਮੇਰੀ ਜਮਾਤੀ ਦੋਸਤ ਪਾਲੇ ਨੇ ਦੱਸਿਆ, ਤੇਰਾ ਗੱਗੂ ਤੇਰੇ ਬਾਪੂ ਨੇ ਆਪਣੇ ਹੀ ਪਿੰਡ ਦੇ ਦਲੀਪੇ ਨੂੰ ਵੇਚਿਆ ਹੈ।
ਮੈਂ ਆਪਣੀ ਅੱਖੀਂ ਵੇਖਿਆ ਸੀ ਦਲੀਪਾ ਗੱਗੂ ਨੂੰ ਕਿੱਕਰ ਨਾਲ ਨੂੜ ਕੇ ਨੱਥ ਮਾਰ ਰਿਹਾ ਸੀ। ਦਲੀਪੇ ਨੇ ਪਹਿਲਾਂ ਤਿੱਖਾ ਸੂਆ ਗੱਗੂ ਦੇ ਨੱਕ 'ਚ ਲੰਘਾਇਆ, ਫਿਰ ਮੋਹਰੀ ਵਿੱਚ ਦੀ ਰੱਸੀ ਦੀ ਨੱਥ ਪਾ ਦਿੱਤੀ। ਪਾਲੇ ਨੇ ਦੱਸਿਆ, ਜਦੋਂ ਦਲੀਪੇ ਨੇ ਗੱਗੂ ਦੇ ਨੱਕ 'ਚੋਂ ਮੋਹਰੀ ਕੀਤੀ ਤਾਂ ਗੱਗੂ ਬਹੁਤ ਤੜਫਿਆ, ਬਹੁਤ ਅੜੰਗਿਆ, ਜਿਵੇਂ ਤੈਨੂੰ ਵਾਜਾਂ ਮਾਰ ਰਿਹਾ ਹੋਵੇ। ਇੱਕ ਪਾਸੇ ਜਿਹੀ ਕਰਕੇ ਮੈਂ ਨੰਗੇ ਪੈਰੀਂ ਦਲੀਪੇ ਦੇ ਘਰ ਵੱਲ ਸੂਟ ਵੱਲ ਲਾਈ। ਮਾਂ ਨੇ ਮੈਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚਿੜੀ ਛੁਡਾ ਕੇ ਨੱਠ ਗਿਆ। ਮੈਂ ਦਲੀਪੇ ਦੇ ਪਸ਼ੂਆਂ ਵਾਲੇ ਵਾੜੇ ਪਹੁੰਚ ਗਿਆ। ਗੱਗੂ ਇੱਕ ਨੁੱਕਰ ਗੋਹੇ ਨਾਲ ਲਿਬੜਿਆ ਤਿਬੜਿਆ ਉਦਾਸ ਖੜਾ ਸੀ। ਮੈਂ ਭੱਜ ਕੇ ਗੱਗੂ ਨੂੰ ਗਲ ਨੂੰ ਚਿੰਬੜ ਗਿਆ। ਗੱਗੂ ਨੱਕ ਦੀ ਪੀੜ ਨਾਲ ਬੁਰਾ ਹਾਲ ਕਰ ਦਿੱਤਾ ਸੀ। ਗੱਗੂ ਮੈਨੂੰ ਦੇਖ ਕੇ ਅੜੰਗਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸਦੀ ਆਵਾਜ਼ ਸੰਘ ਵਿੱਚ ਅਟਕ ਕੇ ਹੀ ਰਹਿ ਗਈ। ਉਸ ਨੇ ਸਿਰਫ ਮੁਰਦਾ ਆਵਾਜ਼ ਵਿੱਚ ਹੀ ਮੈਨੂੰ ਹਾਕ ਦਾ ਹੁੰਗਾਰਾ ਭਰਿਆ। ਗੱਗੂ ਦੇਖਣ ਨੂੰ ਤਾਂ ਬਹੁਤ ਮਾੜਚੂ ਜਿਹਾ ਲੱਗ ਰਿਹਾ ਸੀ। ਮੈਂ ਬਹੁਤ ਦੇਰ ਤੱਕ ਗੱਗੂ ਨੂੰ ਜੱਫੀ ਪਾ ਕੇ ਖੜਾ ਰਿਹਾ। ਐਨੇ ਨੂੰ ਦੇਖਦੇ ਹੀ ਮੇਰੀ ਮਾਂ ਮੇਰੇ ਪਿੱਛੇ ਖੜੀ ਸੀ। ਕੋਈ ਨਾ ਪੁੱਤ, ਆਪਾਂ ਥੋੜ੍ਹੇ ਦਿਨਾਂ ਤੱਕ ਗੱਗੂ ਨੂੰ ਆਪਣੇ ਘਰ ਹੀ ਲੈ ਚੱਲਾਂਗੇ, ਮਾਂ ਨੇ ਕਿਹਾ। ਨਹੀਂ, ਮੈਂ ਤਾਂ ਗੱਗੂ ਨੂੰ ਹੁਣੇ ਲੈ ਕੇ ਜਾਵਾਂਗਾ। ਦੇਖ, ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ। ਦਲੀਪੇ ਨੇ ਮੇਰੇ ਗੱਗੂ ਦੇ ਨੱਕ ਕਿਉਂ ਪਾੜਿਆ ਹੈ? ਗੱਗੂ ਨੇ ਮੇਰੇ ਹੱਥ ਚੱਟਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸਦੀ ਜ਼ੁਬਾਨ ਬਾਹਰ ਨਾ ਨਿਕਲ ਸਕੀ। ਮਾਂ ਨੇ ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਲਾ ਕੇ ਵਾਪਸ ਘਰ ਲੈ ਆਈ। ਅਗਲੇ ਦਿਨ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਮੈਂ ਦੂਰੋਂ ਆਉਂਦੀ ਦਲੀਪੇ ਦੀ ਰੇਹੜੀ ਸਿਆਣ ਲਈ। ਗੱਗੂ ਨੂੰ ਗੱਡੀ ਅੱਗੇ ਜੋੜ ਕੇ ਰੇਹੜੀ ਉੱਤੇ ਪੱਠੇ ਲੱਦੇ ਹੋਏ ਗੱਗੂ ਮਸਾਂ ਤੁਰ ਰਿਹਾ ਸੀ। ਦਲੀਪਾ ਗੱਗੂ ਨੂੰ ਤੇਜ਼ ਤੁਰਨ ਲਈ ਜ਼ੋਰ-ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਜਦੋਂ ਗੱਗੂ ਮੇਰੇ ਨੇੜੇ ਆਇਆ ਤਾਂ ਮੈਂ ਦੇਖਿਆ ਉਸਦੇ ਪਿੰਡੇ 'ਤੇ ਸੋਟੀਆਂ ਦੀਆਂ ਬਹੁਤ ਸਾਰੀਆਂ ਲਾਸਾਂ ਉੱਭਰੀਆਂ ਹੋਈਆਂ ਸਨ। ਮੇਰੇ ਬਰਾਬਰ ਆ ਕੇ ਗੱਗੂ ਜ਼ੋਰ ਅੜੰਗਿਆ ਅਤੇ ਰੁਕ ਗਿਆ। ਮੈਂ ਭੱਜ ਕੇ ਦਲੀਪੇ ਦੇ ਹੱਥ 'ਚੋਂ ਸੋਟੀ ਖੋਹ ਲਈ ਅਤੇ ਕਿਹਾ, ਤੂੰ ਮੇਰੇ ਗੱਗੂ ਨੂੰ ਕਿਉਂ ਕੁੱਟ ਰਿਹਾ ਹੈ? ਤੂੰ ਉਸਦਾ ਨੱਕ ਪਾੜ ਕੇ ਨੱਥ ਕਿਉਂ ਪਾਈ? ਦਲੀਪੇ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਮੈਂ ਵੱਡਾ ਹੋ ਕੇ ਤੇਰੇ ਪੈਸੇ ਦੇ ਦੇਵਾਂਗਾ, ਤੂੰ ਮੇਰਾ ਗੱਗੂ ਮੈਨੂੰ ਮੋੜ ਦੇ, ਮੈਂ ਦਲੀਪੇ ਦੀ ਬਾਂਹ ਨੂੰ ਹੱਥ ਨਾਲ ਲੂਣਦਿਆਂ ਕਿਹਾ। ਦਲੀਪੇ ਨੇ ਫਿਰ ਮੇਰੇ ਗੱਲ ਦਾ ਜਵਾਬ ਨਾ ਦਿੱਤਾ, ਸਗੋਂ ਉਹ ਮੇਰੇ ਵੱਲ ਮੁੱਤਰ ਕੇ ਝਾਕ ਰਿਹਾ ਸੀ। ਦਲੀਪੇ ਨੇ ਮੇਰੇ ਹੱਥ ਸੋਟੀ ਖੋਹ ਕੇ ਇੱਕ ਦੋ ਸੋਟੀਆਂ ਗੱਗੂ ਦੇ ਮਾਰ ਕੇ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਗੱਗੂ ਇੱਕ ਪੈਰ ਵੀ ਅੱਗੇ ਨਾ ਪੁੱਟਿਆ। ਗੱਗੂ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ। ਮੈਂ ਦਲੀਪੇ ਨੂੰ ਕਿਹਾ, ਗੱਗੂ ਮੇਰਾ ਆੜੀ ਹੈ, ਇਹ ਮੇਰੇ ਹੀ ਆਖੇ ਲੱਗਦਾ ਹੈ, ਤੂੰ ਇਸ ਨੂੰ ਮਾਰਨਾ। ਉਹ ਪਸ਼ੂਆਂ ਨਾਲ ਕਾਹਦੀ ਆੜੀ? ਤੂੰ ਇਹਨੂੰ ਕਿੱਥੇ ਪੜ੍ਹਾ ਲਿਆ ਬਈ? ਇਹ ਤੇਰੇ ਆਖੇ ਲੱਗ ਜਾਊ, ਦਲੀਪਾ ਬੋਲਿਆ। ਦਲੀਪੇ ਨੇ ਫਿਰ ਮੂੰਹ ਨਾਲ ਟਿਚ ਕਰਕੇ ਅੱਗੇ ਗੱਗੂ ਦੀ ਪਿੱਠ 'ਤੇ ਸੋਟੀ ਲਾ ਕੇ ਤੁਰਨਾ ਚਾਹਿਆ, ਪਰ ਗੱਗੂ ਸਾਰਾ ਧਿਆਨ ਤਾਂ ਮੇਰੇ ਵੱਲ ਸੀ। ਇਹ ਤੇਰੇ ਆਖੇ ਨਹੀਂ ਲੱਗੇਗਾ। ਜੇ ਮੈਂ ਕਹਾਂ ਗੱਗੂ ਮੇਰੇ ਆਖੇ ਲੱਗ ਤੇ ਤੁਰ ਪਵੇਗਾ। ਮੈਂ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਮੈਂ ਆਪਣੇ ਵਾਸਤੇ 'ਚੋਂ ਰੋਟੀ ਕੱਢ ਕੇ ਗੱਗੂ ਦੇ ਮੂੰਹ ਵਿੱਚ ਪਾ ਦਿੱਤੀ। ਉਸ ਨੇ ਰੋਟੀ ਨੂੰ ਮੇਰੇ ਹੱਥੋਂ ਹੱਥ ਚੱਟਿਆ, ਰੋਟੀ ਖਾ ਕੇ ਮੇਰੇ ਹੱਥ ਚੱਟਿਆ। ਮੈਂ ਗੱਗੂ ਦੇ ਪਿੰਡੇ 'ਤੇ ਹੱਥ ਫੇਰਿਆ ਤੇ ਉਸਦੇ ਕੰਨ ਕੋਲ ਮੂੰਹ ਕਰਕੇ ਕਿਹਾ, ਚੱਲ ਗੱਗੂ ਆਪਣੇ ਘਰ ਚੱਲੀਏ, ਤੇ ਨਾਲ ਹੀ ਹੱਥ ਨਾਲ ਜਾਣ ਦਾ ਇਸ਼ਾਰਾ ਕੀਤਾ। ਗੱਗੂ ਝਟਪਟ ਸਣੇ ਰੇਹੜੀ ਤੇਜ਼ੀ ਨਾਲ ਸਾਡੇ ਘਰ ਵੱਲ ਜਾਣ ਵਾਲੇ ਰਸਤੇ ਪੈ ਗਿਆ। ਦਲੀਪਾ ਛਾਲਾਂ ਮਾਰ ਕੇ ਰੇਹੜੀ ਤੋਂ ਉਤਰ ਗਿਆ। ਮੈਂ ਤੇ ਗੱਗੂ ਘਰ ਨੂੰ ਜਾ ਰਹੇ ਸਾਂ। ਦਲੀਪਾ ਉਨੀ ਦੇਰ ਤੱਕ ਖੜਾ ਸਾਡੇ ਵੱਲ ਦੇਖਦਾ ਰਿਹਾ, ਜਿੰਨੀ ਦੇਰ ਤੱਕ ਮੈਂ ਤੇ ਗੱਗੂ ਆਪਣੇ ਘਰ ਜਾਣ ਵਾਲਾ ਮੋੜ ਨਹੀਂ ਮੁੜ ਗਏ। ਬੇਟਾ, ਇਹ ਸੀ ਤੁਹਾਡਾ ਚੈਪਟਰ ਗੱਗੂ। ਕਿ ਇਸ ਚੈਪਟਰ ਦੇ ਵਿੱਚ ਕਿਆ ਦੱਸਿਆ ਗਿਆ ਬੇਟਾ? ਜਾਨਵਰਾਂ ਔਰ ਇਨਸਾਨ ਦੇ ਪਿਆਰ ਨੂੰ। ਦੇਖਿਆ ਉਹ ਬੱਚਾ ਜਿਹੜਾ ਛੋਟਾ ਜਿਹਾ ਬੱਚਾ, ਉਹ ਕਿਸ ਤਰ੍ਹਾਂ ਜਿਹੜਾ ਕਿਆ ਹੈ ਉਸ ਗੱਗੂ ਨੂੰ ਪਿਆਰ ਕਰਦਾ ਸੀ। ਦੇਖੋ, ਉਹ ਭੁੱਲਿਆ ਨਹੀਂ, ਬੇਸ਼ੱਕ ਉਹਨੂੰ ਵੇਚ ਦਿੱਤਾ ਸੀ, ਫਿਰ ਵੀ ਉਹ ਕਿਆ ਹੈ ਉਸ ਛੋਟੇ ਬੱਚੇ ਨੂੰ ਨਹੀਂ ਭੁੱਲਿਆ ਸੀ, ਉਹ ਉਹਦਾ ਹੀ ਕਹਿਣਾ ਮੰਨਦਾ ਸੀ। ਠੀਕ ਹੈ, ਦੇਖੋ ਇਸ ਵਿੱਚ ਉਹ ਕਿੰਨਾ ਉਹਨੂੰ ਪਿਆਰ ਕਰਦਾ ਸੀ। ਉਸ ਨੂੰ ਕੋਈ ਵੀ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਉਹ ਬੱਚਾ ਬਹੁਤ ਦੁਖੀ ਹੁੰਦਾ ਸੀ। ਠੀਕ ਹੈ, ਜਿਸ ਤਰ੍ਹਾਂ ਦਲੀਪੇ ਨੇ ਉਹਦੇ ਨੱਕ ਦੇ ਵਿੱਚ ਨੱਥ ਪਾ ਦਿੱਤੀ ਸੀ ਸੂਏ ਨਾਲ, ਤਾਂ ਜਿਹੜਾ ਉਹਦਾ ਛੋਟਾ ਬੱਚਾ ਉਹਨੂੰ ਕਿੰਨਾ ਜ਼ਿਆਦਾ
ਦੁੱਖ ਲੱਗਿਆ। ਠੀਕ ਹੈ, ਫਿਰ ਉਹਨੇ ਕਿਆ ਕੀਤਾ, ਉਹਨੂੰ ਗੱਗੂ ਨੂੰ ਆਪਣੇ ਘਰ ਵਾਪਸ ਲੈ ਆਂਦਾ ਜਦੋਂ ਉਹ ਦਲੀਪੇ ਦਾ ਕਹਿਣਾ ਨਹੀਂ ਮੰਨਦਾ ਸੀ। ਜਦੋਂ ਉਸ ਬੱਚੇ ਨੇ ਕਿਹਾ ਕਿ ਗੱਗੂ ਮੇਰਾ ਹੀ ਕਹਿਣਾ ਮੰਨਦਾ ਹੈ, ਦਲੀਪੇ ਨੇ ਉਹਨੂੰ ਕਿਹਾ ਸੀ ਅੱਗੋਂ ਕਿ ਇਹ ਕੋਈ ਸਕੂਲ ਵਿੱਚ ਪੜ੍ਹਿਆ ਹੈ, ਤੁਸੀਂ ਇਹਨੂੰ ਕਿਸ ਸਕੂਲ ਵਿੱਚ ਪੜ੍ਹਾਇਆ ਹੈ? ਪਰ ਉਹਨੇ ਕਿਹਾ ਕਿ ਨਹੀਂ, ਇਹ ਸਿਰਫ ਮੇਰਾ ਹੀ ਕਹਿਣਾ ਮੰਨੂਗਾ। ਠੀਕ ਹੈ, ਫਿਰ ਉਹ ਕਿਆ ਹੈ, ਜਦੋਂ ਉਹਨੂੰ ਕਿਆ ਕੀਤਾ, ਉਹਨੂੰ ਰੋਟੀ ਖਵਾਈ ਅਤੇ ਉਹਨੂੰ ਕਿਹਾ ਚੱਲ ਗੱਗੂ ਅਸੀਂ ਆਪਣੇ ਘਰ ਚੱਲੀਏ। ਫਿਰ ਉਹ ਕਿਆ ਕਰਦਾ, ਉਹ ਆਪਣੇ ਘਰ ਵੱਲ ਨੂੰ ਤੁਰ ਪੈਂਦਾ ਅਤੇ ਦਲੀਪਾ ਉੱਥੇ ਖੜ੍ਹਾ ਹੀ ਰਹਿ ਜਾਂਦਾ। ਠੀਕ ਹੈ ਬੇਟਾ, ਇਸ ਚੈਪਟਰ ਦੇ ਵਿੱਚ ਜਾਨਵਰਾਂ ਔਰ ਇਨਸਾਨ ਦੇ ਪਿਆਰ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਇਨਸਾਨ ਦਾ ਜਾਨਵਰ ਦੇ ਨਾਲ ਪਿਆਰ ਹੁੰਦਾ ਹੈ। ਠੀਕ ਹੈ ਜੀ, ਥੈਂਕ ਯੂ ਬੇਟਾ।